ਚੀਤੇ ਸ਼ਿਕਾਰ ਨੂੰ ਮਾਰ ਦਿੰਦੇ ਨੇ। ਇੱਕ ਠੰਡੀ ਸ਼ਾਮ ਨੂੰ ਨੌਜਵਾਨਾਂ ਦਾ ਇੱਕ ਜੱਥਾ ਕਹਾਣੀਆਂ ਸੁਣਾਉਣ ਲਈ ਇੱਕ ਅੱਗ ਦੇ ਆਲੇ ਦੁਆਲੇ ਇਕੱਠਾ ਹੋਇਆ। ਉਹਨਾਂ ਵਿੱਚੋਂ ਇੱਕ ਦਾ ਨਾਂ ਦਾਊਦੀ ਸੀ। ਉਹ ਬੋਲਣ ਲੱਗਾ। ਦਾਊਦੀ ਨੇ ਆਖਿਆ, ਹੁਣ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਵਾਂਗਾ ਉਹਦੇ ਵਿੱਚ ਇੱਕ ਚੀਤਾ, ਇੱਕ ਸਰਦਾਰ ਤੇ ਇੱਕ ਦੋਹਰੀ ਪਹੇਲੀ ਸ਼ਾਮਿਲ ਹੈ, ਜਿਹਦਾ ਜਵਾਬ ਤੁਹਾਨੂੰ ਅਖੀਰ ਵਿੱਚ ਸੋਚ ਕੇ ਲੱਭਣਾ ਪਏਗਾ ਤੇ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੇ ਇਹ ਕਹਿੰਦੇ ਹੀ ਦਾਊਦੀ ਨੇ ਆਪਣੀ ਕਹਾਣੀ ਸ਼ੁਰੂ ਕੀਤੀ। ਇੱਕ ਸਵੇਰੇ ਸ਼ਮਾਉਨ ਨਾਂ ਦੇ ਇੱਕ ਬੰਦੇ ਨੇ ਆਪਣਾ ਨੇਜ਼ਾ ਚੁੱਕਿਆ ਤੇ ਸਵੇਰੇ ਸਵੇਰੇ ਪਿੰਡ ਤੋਂ ਸ਼ਿਕਾਰ ਲਈ ਨਿਕਲ ਪਿਆ। ਪਿਛਲੇ ਕਈ ਹਫ਼ਤਿਆਂ ਤੋਂ ਪਿੰਡ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਚੀਤਾ ਵੇਖਿਆ ਸੀ ਤੇ ਸ਼ਮਾਉਨ ਚਾਹੁੰਦਾ ਸੀ ਕਿ ਉਹ ਉਹਦੀ ਕੀਮਤੀ ਖੱਲ ਆਪਣੇ ਲਈ ਹਾਸਲ ਕਰੇ। ਪਰ ਚੀਤੇ ਨੇ ਬਹਾਦਰ ਸ਼ਿਕਾਰੀ ਨੂੰ ਪਹਿਲੇ ਹੀ ਵੇਖ ਲਿਆ ਤੇ ਉਹ ਪੱਥਰਾਂ ਵਿੱਚ ਲੁਕ ਕੇ ਬੈਠ ਗਿਆ ਤੇ ਆਪਣੇ ਅਚਾਨਕ ਹਮਲੇ ਦੀ ਉਡੀਕ ਕਰਨ ਲੱਗ ਪਿਆ। ਜਦੋਂ ਹਵਾ ਦਾ ਰੁਖ ਬਦਲਿਆ, ਸ਼ਮਾਉਨ ਨੂੰ ਚੀਤੇ ਦੀ ਬੂ ਆਈ। ਉਹਨੂੰ ਮਹਿਸੂਸ ਹੋਇਆ ਕਿ ਕੋਈ ਖਤਰਾ ਨੇੜੇ ਹੈ। ਜਦੋਂ ਉਹਨੇ ਮੁੜ ਕੇ ਵੇਖਿਆ ਤਾਂ ਉਹਨੇ ਚੀਤੇ ਨੂੰ ਆਪਣੇ ਵੱਲ ਦੱਬੇ ਪੈਰ ਆਉਂਦੇ ਵੇਖ ਲਿਆ। ਓ ਨਹੀਂ! ਸ਼ਮਾਉਨ ਨੇ ਆਪਣਾ ਨੇਜ਼ਾ ਪਿੱਛੇ ਖਿੱਚਿਆ ਤੇ ਨਿਸ਼ਾਨਾ ਲਾ ਲਿਆ। ਚੀਤਾ ਸ਼ਮਾਉਨ ਉੱਤੇ ਹਮਲਾ ਕਰਨ ਲਈ ਛਲਾਂਗ ਮਾਰ ਕੇ ਆਇਆ, ਪਰ ਉਹ ਸ਼ਿਕਾਰੀ ਤਾਕਤਵਰ ਤੇ ਤਜਰਬਾਕਾਰ ਸੀ। ਉਹ ਇੱਕਦਮ ਅੱਗੇ ਵਧਿਆ ਤੇ ਨੇਜ਼ਾ ਚੀਤੇ ਦੇ ਸੀਨੇ ਵਿੱਚ ਮਾਰ ਦਿੱਤਾ। ਜਦੋਂ ਸ਼ਮਾਉਨ ਨੇ ਵੇਖਿਆ ਕਿ ਚੀਤਾ ਮਰ ਚੁੱਕਿਆ ਤਾਂ ਉਹ ਬੈਠ ਗਿਆ ਤਾਂ ਕਿ ਉਹਦੀ ਸੋਹਣੀ ਖੱਲ ਉਤਾਰ ਸਕੇ। ਜਦੋਂ ਖੱਲ ਲਾ ਰਿਹਾ ਸੀ, ਉਹਦੇ ਕੰਨ ਵਿੱਚ ਹੋਰ ਆਵਾਜ਼ ਪਈ ਤੇ ਉਹ ਖਤਰਾ ਮਹਿਸੂਸ ਕਰਦੇ ਹੋਇਆਂ ਚਾਰੇ ਪਾਸੇ ਵੇਖਣ ਲੱਗ ਪਿਆ। ਉਹ ਘਬਰਾ ਗਿਆ ਕਿ ਇੱਥੇ ਹੋਰ ਵੀ ਕੋਈ ਚੀਤਾ ਸੀ। ਸ਼ਮਾਉਨ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਇਹਤਿਆਤ ਨਾਲ ਇੱਧਰ ਉੱਧਰ ਵੇਖਿਆ। ਹਾਂ, ਸਕੂਨ ਦਾ ਸਾਹ ਲੈਂਦੇ ਹੋਏ ਉਹਨੇ ਵੇਖਿਆ ਕਿ ਇਹ ਤੇ ਬਸ ਉਸ ਚੀਤੇ ਦਾ ਬੱਚਾ ਏ ਜਿਹਨੂੰ ਉਹਨੇ ਮਾਰਿਆ ਸੀ। ਉਹਨੇ ਨਿੱਕੇ ਚੀਤੇ ਦੇ ਗਲੇ ਵਿੱਚ ਰੱਸੀ ਪਾਈ ਤੇ ਉਹਨੂੰ ਇੱਕ ਝਾੜੀ ਨਾਲ ਬੰਨ੍ਹ ਦਿੱਤਾ। ਸ਼ਮਾਉਨ ਨੇ ਵੱਡੇ ਚੀਤੇ ਦੀ ਖੱਲ ਲਾਣੀ ਖਤਮ ਕੀਤੀ। ਉਹ ਖੱਲ ਆਪਣੇ ਮੋਢੇ ਉੱਤੇ ਰੱਖ ਲਈ ਤੇ ਨਿੱਕੇ ਚੀਤੇ ਨੂੰ ਆਖਿਆ, ਚੱਲ ਆ ਛੋਟੇ ਚੀਤੇ, ਮੈਂ ਤੈਨੂੰ ਪਿੰਡ ਲੈ ਕੇ ਜਾਣਾ ਤਾਂ ਕਿ ਬੱਚੇ ਤੇਰੇ ਨਾਲ ਖੇਡ ਸਕਣ। ਜਦੋਂ ਸ਼ਮਾਉਨ ਪਿੰਡ ਪਹੁੰਚਿਆ ਤਾਂ ਬੱਚੇ ਦੌੜਦੇ ਹੋਏ ਨਿੱਕੇ ਚੀਤੇ ਨੂੰ ਵੇਖਣ ਆਏ। ਸਾਰੇ ਹੱਸਣ ਤੇ ਖਿਖਲੀਆਂ ਮਾਰਨ ਲੱਗ ਪਏ ਤੇ ਉਹਨੂੰ ਥਪਕਦੇ ਹੋਏ ਕਹਿਣ ਲੱਗੇ, ਉਹ ਨਿੱਕਾ ਚੀਤਾ ਬੜਾ ਨਰਮ ਤੇ ਸੋਹਣਾ ਏ। ਨਿੱਕਾ ਚੀਤਾ ਇੰਨਾ ਨਿੱਕਾ ਸੀ ਕਿ ਸ਼ਮਾਉਨ ਉਹਨੂੰ ਇੱਕ ਹੀ ਹੱਥ ਨਾਲ ਪਕੜ ਸਕਦਾ ਸੀ ਤੇ ਉਹਦੀਆਂ ਅੱਖਾਂ ਜੰਗਲ ਵਿੱਚ ਸਭ ਤੋਂ ਨਰਮ ਤੇ ਪਿਆਰੀਆਂ ਸਨ। ਸਰਦਾਰ ਵੇਖਣ ਆਇਆ ਕਿ ਬੱਚੇ ਇੰਨੇ ਖੁਸ਼ ਕਿਉਂ ਨੇ ਤੇ ਇੰਨਾ ਜ਼ਿਆਦਾ ਰੌਲਾ ਕਿਉਂ ਪਾ ਰਹੇ ਨੇ। ਜਦੋਂ ਸਰਦਾਰ ਨੇ ਨਿੱਕੇ ਚੀਤੇ ਨੂੰ ਵੇਖਿਆ, ਉਹ ਆਪਣੇ ਆਪ ਨੂੰ ਕਹਿਣ ਲੱਗ ਪਿਆ, ਇਹ ਚੀਤਾ ਹੋਣ ਤੇ ਛੋਟਾ ਏ ਤੇ ਜ਼ਿਆਦਾ ਨੁਕਸਾਨ ਨਹੀਂ ਕਰ ਸਕਦਾ, ਪਰ ਛੋਟੇ ਚੀਤੇ ਵੱਡੇ ਹੁੰਦੇ ਨੇ ਤੇ ਵੱਡੇ ਚੀਤੇ ਮਾਰ ਦਿੰਦੇ ਨੇ। ਸਰਦਾਰ ਨੇ ਸ਼ਮਾਉਨ ਨੂੰ ਆਖਿਆ, ਇਹ ਚੀਤਾ ਮੇਰੇ ਹਵਾਲੇ ਕਰ ਤੇ ਮੈਂ ਇਹਨੂੰ ਮਾਰ ਦੇਵਾਂਗਾ। ਪਰ ਸ਼ਮਾਉਨ ਨੇ ਜਵਾਬ ਦਿੱਤਾ, ਉਹ ਇਹਨੂੰ ਛੱਡ ਦਿਓ, ਨਿੱਕੇ ਚੀਤੇ ਕੋਈ ਨੁਕਸਾਨ ਨਹੀਂ ਕਰਦੇ, ਬੱਚੇ ਇਹਦੇ ਨਾਲ ਖੇਲਣ ਦੇ ਨੇ ਤੇ ਇਹ ਮੇਰੇ ਘਰ ਵਿੱਚ ਹੀ ਰਹੇਗਾ। ਅਸੀਂ ਇਹਨੂੰ ਸਿਰਫ ਦੁੱਧ ਤੇ ਦਲੀਆ ਖਵਾਵਾਂਗੇ, ਇਹ ਬੱਚਿਆਂ ਨੂੰ ਕੁਝ ਨਹੀਂ ਕਹੇਗਾ। ਤੇ ਸਾਰੇ ਬੱਚੇ ਨਿੱਕੇ ਚੀਤੇ ਨੂੰ ਆਪਣਾ ਪਾਲਤੂ ਜਾਨਵਰ ਬਣਾਉਣ ਲਈ ਰੋਂਦੇ ਪਏ ਸਨ। ਆਖਿਰਕਾਰ ਸਰਦਾਰ ਨੇ ਸ਼ਮਾਉਨ ਨੂੰ ਤੇ ਬੱਚਿਆਂ ਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦੇ ਦਿੱਤੀ, ਕਿਉਂਕਿ ਉਹ ਬਹੁਤ ਜ਼ਿੱਦ ਕਰ ਰਹੇ ਸਨ। ਪਰ ਉਹ ਜਾਣਦਾ ਸੀ ਕਿ ਨਿੱਕੇ ਚੀਤੇ ਨੂੰ ਇਸ ਤੋਂ ਪਹਿਲਾਂ ਮਾਰ ਦਿੱਤਾ ਜਾਵੇ ਕਿ ਉਹ ਵੱਡਾ ਹੋ ਜਾਏ ਤੇ ਖਤਰਨਾਕ ਹੋਏ। ਬੱਚੇ ਹਰ ਰੋਜ਼ ਨਿੱਕੇ ਚੀਤੇ ਨੂੰ ਬੱਕਰੀ ਜਾਂ ਗਾਂ ਦਾ ਦੁੱਧ ਤੇ ਦਲੀਆ ਦਿੰਦੇ ਸਨ ਤੇ ਉਹ ਹੋਰ ਮੋਟਾ ਤੇ ਤਗੜਾ ਹੁੰਦਾ ਗਿਆ। ਜਿਵੇਂ ਜਿਵੇਂ ਹਰ ਦਿਨ ਲੰਘਦਾ ਗਿਆ, ਨਿੱਕਾ ਚੀਤਾ ਹੋਰ ਵੱਡਾ ਤੇ ਹੋਰ ਵੱਡਾ ਹੁੰਦਾ ਗਿਆ।
ਤੇ ਉਹ ਵੱਡਾ ਹੋ ਗਿਆ। ਜਦੋਂ ਚੀਤਾ ਵੱਡਾ ਹੋ ਗਿਆ ਤਾਂ ਬੱਚੇ ਉਹਦੀ ਪਿੱਠ ਉੱਤੇ ਚੜ੍ਹ ਕੇ ਉਹਦੇ ਉੱਤੇ ਸਵਾਰੀ ਕਰਦੇ ਫਿਰਦੇ ਸਨ। ਉਹ ਨਿੱਕੇ ਚੀਤੇ ਨਾਲ ਖੇਲ ਕੇ ਬਹੁਤ ਖੁਸ਼ ਹੁੰਦੇ ਸਨ। ਸਰਦਾਰ ਬਾਰ-ਬਾਰ ਲੋਕਾਂ ਨੂੰ ਕਹਿੰਦਾ ਰਹਿੰਦਾ ਸੀ, ਇਸ ਚੀਤੇ ਨੂੰ ਮਾਰ ਦਿਓ। ਪਿੰਡ ਦੀਆਂ ਕੁਝ ਔਰਤਾਂ ਡਰਨ ਲੱਗ ਪਈਆਂ। ਫਿਰ ਇੱਕ ਦਿਨ ਇੱਕ ਬੱਚਾ ਦੌੜਦਾ ਹੋਇਆ ਜਾ ਰਿਹਾ ਸੀ ਕਿ ਉਹ ਇੱਕ ਪੱਥਰ ਨਾਲ ਟਕਰਾ ਕੇ ਡਿੱਗ ਪਿਆ। ਉਹਦੀ ਲੱਤ ਵਿੱਚੋਂ ਖੂਨ ਨਿਕਲਣ ਲੱਗ ਪਿਆ। ਉਹ ਬੱਚਾ ਦਰਦ ਨਾਲ ਚੀਖ ਉੱਠਿਆ ਕਿਉਂਕਿ ਉਹਦੀ ਲੱਤ ਬਹੁਤ ਦੁਖ ਰਹੀ ਸੀ। ਚੀਤਾ ਉਸ ਦਰਖਤ ਤੋਂ ਛਲਾਂਗ ਮਾਰ ਕੇ ਥੱਲੇ ਆਇਆ ਜਿੱਥੇ ਉਹ ਸੁੱਤਾ ਪਿਆ ਸੀ ਤੇ ਉਹਨੇ ਨਰਮੀ ਨਾਲ ਬੱਚੇ ਦੀ ਲੱਤ ਤੋਂ ਖੂਨ ਚੱਟਣਾ ਸ਼ੁਰੂ ਕਰ ਦਿੱਤਾ। ਜਦੋਂ ਚੀਤੇ ਨੇ ਖੂਨ ਦਾ ਜ਼ਾਇਕਾ ਚੱਖਿਆ ਤਾਂ ਉਹਦੇ ਅੰਦਰ ਇੱਕ ਅਜੀਬ ਤੇ ਉਲਝੀ ਹੋਈ ਕੈਫੀਅਤ ਪੈਦਾ ਹੋ ਗਈ ਤੇ ਉਹਦੀਆਂ ਅੱਖਾਂ ਵਿੱਚ ਖੂਨ ਨਾਲ ਲਾਲੀ ਆ ਗਈ। ਫਿਰ ਉਹ ਮੁੜ ਕੇ ਹੌਲੀ-ਹੌਲੀ ਟੁਰਨ ਲੱਗ ਪਿਆ। ਚੀਤਾ ਹੌਲੀ-ਹੌਲੀ ਪਿੱਛਾ ਕਰਦਾ ਹੋਇਆ ਪਿੰਡ ਵੱਲ ਮੁੜ ਗਿਆ ਤੇ ਆਖਿਰਕਾਰ ਸ਼ਮਾਉਨ ਦੇ ਘਰ ਪਹੁੰਚ ਗਿਆ। ਸ਼ਮਾਉਨ ਆਪਣੇ ਘਰ ਵਿੱਚ ਤੀਰ ਬਣਾ ਰਿਹਾ ਸੀ। ਜਦੋਂ ਉਹਨੇ ਇੱਕ ਆਵਾਜ਼ ਤੇ ਗੜਗੜਾਹਟ ਸੁਣੀ, ਸ਼ਮਾਉਨ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਚੀਤੇ ਨੇ ਸ਼ਮਾਉਨ ਉੱਤੇ ਛਲਾਂਗ ਮਾਰ ਕੇ ਉਹਦੇ ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਸ਼ਮਾਉਨ ਦੀ ਚੀਖ ਸੁਣੀ। ਉਹ ਡਰ ਕੇ ਪਿੰਡ ਨੂੰ ਭੱਜ ਗਏ, ਝਾੜੀਆਂ ਤੇ ਜੰਗਲ ਵੱਲ ਨਿਕਲ ਗਏ। ਉਹ ਬਹੁਤ ਜ਼ਿਆਦਾ ਖੌਫਜ਼ਦਾ ਸਨ। ਜਦੋਂ ਸਰਦਾਰ ਨੇ ਲੋਕਾਂ ਦੀਆਂ ਚੀਖਾਂ ਤੇ ਦੌੜਾਂ ਸੁਣੀਆਂ ਤਾਂ ਉਹਨੇ ਫੌਰਨ ਆਪਣਾ ਨੇਜ਼ਾ ਤੇ ਛੁਰੀ ਚੁੱਕ ਲਈ। ਉਹ ਆਪਣੇ ਦਿਲ ਵਿੱਚ ਸੋਚਣ ਲੱਗ ਪਿਆ, ਮੈਂ ਸ਼ਮਾਉਨ ਨੂੰ ਪਹਿਲੇ ਹੀ ਖਬਰਦਾਰ ਕੀਤਾ ਸੀ ਕਿ ਇਹ ਹੋਵੇਗਾ, ਪਰ ਉਹ ਨਰਮ ਤੇ ਮਾਸੂਮ ਅੱਖਾਂ ਦੇ ਧੋਖੇ ਵਿੱਚ ਆ ਗਿਆ ਸੀ। ਤੇ ਇਸ ਤਰ੍ਹਾਂ ਸਰਦਾਰ ਦੌੜਿਆ, ਪਰ ਜਦੋਂ ਉਹ ਘਰ ਪਹੁੰਚਿਆ ਚੀਤੇ ਨੇ ਸ਼ਮਾਉਨ ਨੂੰ ਪਹਿਲੇ ਹੀ ਮਾਰ ਦਿੱਤਾ ਸੀ। ਹੁਣ ਚੀਤੇ ਨੇ ਆਪਣੀ ਗੁੱਸੇ ਨਾਲ ਭਰੀਆਂ ਅੱਖਾਂ ਮੋੜੀਆਂ ਤੇ ਉਹਨੂੰ ਸਿਰਫ ਸਰਦਾਰ ਹੀ ਨਜ਼ਰ ਆਇਆ। ਜਦੋਂ ਚੀਤਾ ਸਰਦਾਰ ਉੱਤੇ ਹਮਲਾ ਕਰਨ ਲਈ ਛਲਾਂਗ ਮਾਰ ਕੇ ਆਇਆ ਤਾਂ ਸਰਦਾਰ ਨੇ ਆਪਣਾ ਨੇਜ਼ਾ ਜ਼ਮੀਨ ਵਿੱਚ ਗਾੜ ਦਿੱਤਾ ਤੇ ਦਿਲ ਵਿੱਚ ਦੁਆ ਕਰਨ ਲੱਗ ਪਿਆ ਕਿ ਜਦੋਂ ਚੀਤਾ ਉਹਦੇ ਉੱਤੇ ਆ ਡਿੱਗੇ ਤਾਂ ਨੇਜ਼ਾ ਨਾ ਟੁੱਟੇ। ਪਰ ਨੇਜ਼ਾ ਟੁੱਟ ਗਿਆ। ਪਰ ਸਰਦਾਰ ਚੀਤੇ ਨਾਲ ਗੁੱਥਾ ਹੋ ਕੇ ਲੜਨ ਲੱਗ ਪਿਆ ਕਿ ਕਾਤਲ ਨੂੰ ਮਾਰ ਸਕੇ। ਤਾਕਤਵਰ ਤੇ ਗੁੱਸੇ ਨਾਲ ਭਰੇ ਹੋਏ ਚੀਤੇ ਨੇ ਸਰਦਾਰ ਨੂੰ ਕਈ ਵਾਰ ਪੰਜੇ ਮਾਰੇ ਤੇ ਵੱਢਿਆ। ਆਖਿਰਕਾਰ ਸਰਦਾਰ ਨੇ ਆਪਣੀ ਛੁਰੀ ਕੱਢੀ ਤੇ ਚੀਤੇ ਨੂੰ ਵਾਰ ਕਰਕੇ ਉਹਨੂੰ ਉਸ ਵਕਤ ਤੱਕ ਜ਼ਖਮੀ ਕਰਦਾ ਰਿਹਾ ਜਦੋਂ ਤੱਕ ਚੀਤਾ ਮਰ ਨਾ ਗਿਆ। ਜਦੋਂ ਚੀਤਾ ਮਰ ਗਿਆ ਤਾਂ ਲੋਕਾਂ ਦਾ ਡਰ ਖਤਮ ਹੋ ਗਿਆ। ਪਿੰਡ ਵਿੱਚ ਫਿਰ ਸਕੂਨ ਤੇ ਅਮਨ ਹੋ ਗਿਆ। ਸਰਦਾਰ ਨੇ ਪਿੰਡ ਦੇ ਲੋਕਾਂ ਨੂੰ ਇਸ ਖਤਰੇ ਤੋਂ ਬਚਾ ਲਿਆ ਸੀ। ਕਹਾਣੀ ਦੇ ਅਖੀਰ ਤੇ ਦਾਊਦੀ ਨੇ ਅੱਗ ਦੇ ਆਲੇ ਦੁਆਲੇ ਬੈਠੇ ਬੰਦਿਆਂ ਨੂੰ ਆਖਿਆ, ਐ ਬਹਾਦਰੋ, ਤੁਸੀਂ ਸਮਝਦੇ ਹੋ ਸ਼ਮਾਉਨ ਨੇ ਜਦੋਂ ਸਰਦਾਰ ਨੇ ਦੱਸਿਆ ਕਿ ਛੋਟੇ ਚੀਤੇ ਵੱਡੇ ਚੀਤੇ ਬਣ ਜਾਂਦੇ ਨੇ ਤੇ ਵੱਡੇ ਚੀਤੇ ਕਤਲ ਕਰਦੇ ਨੇ, ਤੇ ਹੁਣ ਮੈਂ ਤੁਹਾਨੂੰ ਪੁੱਛਣਾ, ਨਿੱਕੇ ਚੀਤੇ ਦੀ ਇਸ ਕਹਾਣੀ ਦਾ ਸਬਕ ਕੀ ਹੈ? ਇੱਥੇ ਬੈਠੇ ਇੱਕ ਬਹਾਦਰ ਨੇ ਜਵਾਬ ਦਿੱਤਾ, ਇਹਦਾ ਮਤਲਬ ਹੈ ਕਿ ਜਿਹੜੀਆਂ ਛੋਟੀਆਂ ਬੁਰਾਈਆਂ ਤੇ ਬੁਰੀਆਂ ਗੱਲਾਂ ਅਸੀਂ ਕਰਦੇ ਹਾਂ ਉਹ ਅੱਗੇ ਚੱਲ ਕੇ ਵੱਡੇ ਗੁਨਾਹ ਬਣ ਜਾਂਦੇ ਤੇ ਗੁਨਾਹ ਚਾਹੇ ਛੋਟਾ ਹੋਵੇ ਜਾਂ ਵੱਡਾ ਖਤਰਨਾਕ ਹੁੰਦਾ ਹੈ। ਫਿਰ ਦਾਊਦੀ ਨੇ ਆਖਿਆ, ਤੁਸੀਂ ਬਿਲਕੁਲ ਠੀਕ ਜਵਾਬ ਦਿੱਤਾ ਹੈ। ਆਓ ਅਸੀਂ ਵੀ ਖਬਰਦਾਰ ਰਹੀਏ ਤੇ ਕਦੀ ਇਹ ਨਾ ਆਖੀਏ ਕਿ ਜਿਹੜੀਆਂ ਛੋਟੀਆਂ ਬੁਰੀਆਂ ਗੱਲਾਂ ਅਸੀਂ ਕਰਨੇ ਆ ਉਹ ਬੇਜ਼ਰ ਨੇ। ਦਾਊਦੀ ਨੇ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਿਆ, ਤੇ ਅਸੀਂ ਸਰਦਾਰ ਨੂੰ ਕਿਹਦੇ ਨਾਲ ਤਸ਼ਬੀਹ ਦੇ ਸਕਦੇ ਹਾਂ? ਸਾਡੀ ਇਸ ਕਹਾਣੀ ਵਿੱਚ ਸਰਦਾਰ ਦਾ ਕੀ ਮਤਲਬ ਹੈ? ਇੱਕ ਬਹਾਦਰ ਨੇ ਜਵਾਬ ਦਿੱਤਾ, ਅਸੀਂ ਆਖਦੇ ਹਾਂ ਕਿ ਉਹ ਸਰਦਾਰ ਜਿਹਨੇ ਪਿੰਡ ਦੇ ਲੋਕਾਂ ਨੂੰ ਬਚਾਇਆ ਉਹ ਯਿਸੂ ਵਰਗਾ ਹੈ। ਯਿਸੂ ਸਾਡਾ ਨਿਜਾਤ ਦੇਂਦਾ ਹੈ। ਯਿਸੂ ਸਾਨੂੰ ਸਾਡੇ ਗੁਨਾਹਾਂ ਤੋਂ ਬਚਾਉਂਦਾ ਹੈ। ਹਾਂ, ਉਹਨੇ ਸਾਡੀ ਥਾਂ ਮਾਰ ਖਾਧੀ। ਉਹਦੇ ਮਾਰ ਖਾਣ ਨਾਲ ਅਸੀਂ ਮਹਿਫੂਜ਼ ਹੋ ਗਏ ਹਾਂ, ਯਾਨੀ ਹਮੇਸ਼ਾ ਦੀ ਮੌਤ ਤੋਂ ਬਚਾ ਲਏ ਗਏ ਹਾਂ। ਜਿਵੇਂ ਬਾਈਬਲ ਆਖਦੀ ਏ,
ਯਿਸੂ ਨੇ ਸਾਡੇ ਗੁਨਾਹਾਂ ਦੀ ਸਜ਼ਾ ਆਪਣੇ ਉੱਤੇ ਲੈ ਲਈ ਤੇ ਉਹਦੇ ਮਾਰ ਖਾਣ ਦੇ ਵਸੀਲੇ ਨਾਲ ਅਸੀਂ ਨਜਾਤ ਪਾਈ ਹੈ। ਜਿਵੇਂ ਚੀਤਾ ਆਪਣੇ ਸ਼ਿਕਾਰ ਨੂੰ ਜ਼ੋਰ ਨਾਲ ਪਕੜ ਕੇ ਮਾਰ ਦਿੰਦਾ ਹੈ, ਉਵੇਂ ਗੁਨਾਹ ਵੀ ਇਨਸਾਨ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਪਰ ਖੁਦਾਵੰਦ ਮਸੀਹ ਯਿਸੂ ਸਾਡੇ ਗੁਨਾਹਾਂ ਦੇ ਲਈ ਆ ਗਿਆ। ਉਹਨੇ ਸਾਡੇ ਗੁਨਾਹ ਆਪਣੇ ਉੱਤੇ ਲੈ ਲਏ ਤੇ ਸਲੀਬ ਉੱਤੇ ਕੁਰਬਾਨੀ ਦਿੱਤੀ ਤਾਂ ਕਿ ਅਸੀਂ ਬਚ ਸਕੀਏ। ਅਸੀਂ ਅੱਜ ਦੀ ਇਸ ਕਹਾਣੀ 'ਚ ਵੇਖਦੇ ਹਾਂ ਕਿ ਚੀਤਾ ਸ਼ਿਕਾਰ ਨੂੰ ਭੱਜਣ ਨਹੀਂ ਦਿੰਦਾ,